ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀ, ਅੱਜ ਆਪਾਂ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਸੰਬੰਧੀ ਜਿਹੜੀ ਵਿਚਾਰ ਕਰਾਂਗੇ ਕਿ ਉਹਨਾਂ ਦਾ ਜੀਵਨ ਜਿਹੜਾ ਵਾ ਉਹ ਕਿਹੋ ਜਿਹਾ ਸੀ। ਸਭ ਤੋਂ ਪਹਿਲਾਂ ਉਹਨਾਂ ਦੇ ਜਨਮ ਦੇ ਬਾਰੇ ਕਿ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਮੁੱਢਲਾ ਨਾਂ ਜੇਠਾ ਸੀ ਔਰ ਆਪ ਦੇ ਪਿਤਾ ਜੀ ਦਾ ਨਾਂ ਹਰੀਦਾਸ ਸੀ ਅਤੇ ਉਹ ਸੋਢੀ ਜਾਤ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਆਪ ਦੇ ਮਾਤਾ ਜੀ ਦਾ ਨਾਂ ਦਇਆ ਕੌਰ ਸੀ। ਜੇਠਾ ਜੀ ਦੇ ਮਾਤਾ ਪਿਤਾ ਬੜੇ ਗਰੀਬ ਸਨ ਔਰ ਬਚਪਨ ਤੋਂ ਹੀ ਭਾਈ ਜੇਠਾ ਜੀ ਬੜੇ ਧਾਰਮਿਕ ਵਿਚਾਰਾਂ ਵਾਲੇ ਸਨ ਔਰ ਇੱਕ ਵਾਰੀ ਆਪ ਜੀ ਦੇ ਮਾਤਾ ਜੀ ਨੇ ਆਪ ਨੂੰ ਘੁੰਗਣੀਆਂ ਜਿਹੜੀਆਂ ਵੇਚ ਕੇ ਕੁਝ ਪੈਸੇ ਕਮਾ ਕੇ ਲਿਆਉਣ ਲਈ ਭੇਜਿਆ, ਜਿਨ੍ਹਾਂ ਨੂੰ ਅਸੀਂ ਉਬਲੇ ਹੋਏ ਛੋਲੇ ਕਹਿ ਦਿੰਦੇ ਹਾਂ। ਰਸਤੇ ਵਿੱਚ ਉਹਨਾਂ ਨੂੰ ਕੁਝ ਭੁੱਖੇ ਸਾਧੂ ਮਿਲ ਗਏ ਅਤੇ ਜੇਠਾ ਜੀ ਜੋ ਬੜੇ ਨਰਮ ਦਿਲ ਸਨ ਨੇ ਆਪਣੇ ਸਾਰੇ ਛੋਲੇ ਜਿਹੜੇ ਆ ਘੁੰਗਣੀਆਂ ਭੁੱਖੇ ਸਾਧੂਆਂ ਨੂੰ ਖਵਾ ਦਿੱਤੀਆਂ। ਆਪ ਖਾਲੀ ਹੱਥ ਘਰ ਆ ਗਏ। ਬਚਪਨ ਵਿੱਚ ਆਪ ਦੇ ਸਾਰੇ ਜਿਹੜੇ ਆ ਆਪ ਦੇ ਮਾਤਾ ਪਿਤਾ ਜਿਹੜੇ ਆ ਉਹ ਕਾਲ ਚਲਾਣਾ ਕਰ ਗਏ ਸਨ ਅਤੇ ਇਸ ਲਈ ਆਪ ਜੀ ਦਾ ਪਾਲਣ ਪੋਸ਼ਣ ਆਪ ਜੀ ਦੀ ਨਾਨੀ ਨੇ ਬਾਸਰਕੇ ਪਿੰਡ ਵਿੱਚ ਕੀਤਾ। ਇੱਥੇ ਵੀ ਭਾਈ ਜੇਠਾ ਜੀ ਘੁੰਗਣੀਆਂ ਵੇਚ ਕੇ ਹੀ ਗੁਜ਼ਾਰਾ ਕਰਦੇ ਸਨ ਔਰ ਆਪ ਬੜੀ ਚੰਗੀ ਸ਼ਖਸੀਅਤ ਦੇ ਮਾਲਕ ਸਨ ਅਤੇ ਲੋਕਾਂ ਦੀ ਸੇਵਾ ਕਰਨ ਦੇ ਲਈ ਹਰ ਸਮੇਂ ਤਿਆਰ ਰਹਿੰਦੇ ਸੀ। ਸੋ ਇਸ ਕਾਰਨ ਆਪ ਛੇਤੀ ਹੀ ਸਾਰੇ ਪਿੰਡ ਵਿੱਚ ਹਰਮਨ ਪਿਆਰੇ ਹੋ ਗਏ ਔਰ ਇੱਕ ਵਾਰੀ ਆਪ ਨੂੰ ਇੱਕ ਸਿੱਖ ਜਥੇ ਨਾਲ ਗੋਇੰਦਵਾਲ ਸਾਹਿਬ ਜਾਣ ਦਾ ਮੌਕਾ ਮਿਲਿਆ। ਇੱਥੇ ਉਹ ਗੁਰੂ ਅਮਰਦਾਸ ਜੀ ਦੇ ਸਿੱਖ ਬਣ ਗਏ। ਭਾਈ ਜੇਠਾ ਜੀ ਨੇ ਉਸ ਸਮੇਂ ਬੌਲੀ ਸਾਹਿਬ ਦਾ ਜੋ ਨਿਰਮਾਣ ਕਾਰਜ ਚੱਲ ਰਿਹਾ ਸੀ ਉਸ ਸਮੇਂ ਗੋਇੰਦਵਾਲ ਵਿਖੇ, ਉੱਥੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਆਪ ਲੰਗਰ ਵਿੱਚ ਵੀ ਸੰਗਤ ਦੀ ਜਿਹੜੀ ਅਣਥੱਕ ਸੇਵਾ ਕਰਦੇ ਸਨ। ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੀ ਭਗਤੀ ਅਤੇ ਗੁਣਾਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਅਤੇ ਪ੍ਰਸੰਨ ਹੋਏ। ਇਸ ਲਈ ਗੁਰੂ ਸਾਹਿਬ ਨੇ 1553 ਵਿੱਚ ਜਦੋਂ ਭਾਈ ਜੇਠਾ ਜੀ 19 ਵਰ੍ਹਿਆਂ ਦੇ ਸਨ ਤਾਂ ਆਪਣੀ ਛੋਟੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਉਹਨਾਂ ਨਾਲ ਕਰ ਦਿੱਤਾ। ਭਾਈ ਜੇਠਾ ਜੀ ਦੇ ਘਰ 3 ਲੜਕੇ ਪੈਦਾ ਹੋਏ, ਜਿਨ੍ਹਾਂ ਦੇ ਨਾਮ ਪ੍ਰਿਥੀ ਚੰਦ ਜੀ, ਮਹਾਦੇਵ ਜੀ ਅਤੇ ਅਰਜਨ ਦੇਵ ਜੀ। ਔਰ ਗੁਰਗੱਦੀ ਦੀ ਪ੍ਰਾਪਤੀ ਜਿਹੜੀ ਆ ਵਿਆਹ ਤੋਂ ਬਾਅਦ ਭਾਈ ਜੇਠਾ ਜੀ ਗੋਇੰਦਵਾਲ ਵਿਖੇ ਹੀ ਰਹਿੰਦੇ ਰਹੇ ਅਤੇ ਪਹਿਲਾਂ ਵਾਂਗ ਹੀ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਲੱਗੇ ਰਹੇ। ਉੱਥੇ ਹੀ ਗੁਰਦੁਆਰੇ ਵਿਖੇ ਸੇਵਾ ਕਰਦੇ ਸੀ, ਸਿੱਖ ਸੰਗਤਾਂ ਦੀ ਸੇਵਾ ਕਰਦੇ ਸੀ। ਸੋ ਬੀਬੀ ਭਾਨੀ ਵੀ ਗੁਰੂ ਸਾਹਿਬ ਦੀ ਟੁੱਟ ਸੇਵਾ ਕਰਦੀ ਸੀ। ਭਾਈ ਜੇਠਾ ਜੀ ਦੀ ਨਿਸ਼ਕਾਮ ਸੇਵਾ, ਨਿਮਰਤਾ ਅਤੇ ਮਿੱਠੇ ਸੁਭਾਅ ਨੇ ਗੁਰੂ ਅਮਰਦਾਸ ਜੀ ਦਾ ਮਨ ਮੋਹ ਲਿਆ ਔਰ ਗੱਦੀ ਦੇ ਲਾਇਕ ਸਮਝ ਕੇ ਉਹਨਾਂ ਨੂੰ 1 ਸਤੰਬਰ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਜੇਠਾ ਜੀ ਨੂੰ ਆਪਣਾ ਜਿਹੜਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ, ਯਾਨੀ ਕਿ ਗੁਰਗੱਦੀ ਜਿਹੜੀ ਉਹਨਾਂ ਨੂੰ ਸੌਂਪ ਦਿੱਤੀ। ਹੁਣ ਭਾਈ ਜੇਠਾ ਜੀ ਨੂੰ ਰਾਮਦਾਸ ਜੀ ਕਿਹਾ ਜਾਣ ਲੱਗ ਪਿਆ ਔਰ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਗੁਰਗੱਦੀ ਉਸ ਦੇ ਘਰਾਣੇ ਵਿੱਚ ਹੀ ਰਹਿਣ ਦਾ ਵਰ ਵੀ ਦਿੱਤਾ ਸੀ। ਸੋ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਸਿੱਖਾਂ ਦੇ ਜਿਹੜੇ ਆ ਚੌਥੇ ਗੁਰੂ
ਬਣ ਗਏ ਸਨ। ਗੁਰੂ ਰਾਮਦਾਸ ਜੀ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਗੁਰਗੱਦੀ 'ਤੇ ਬਿਰਾਜਮਾਨ ਰਹੇ। ਭਾਵੇਂ ਉਹਨਾਂ ਦੀ ਗੁਰਿਆਈ ਦਾ ਸਮਾਂ ਬਹੁਤਾ ਲੰਮਾ ਨਹੀਂ ਸੀ, ਪਰ ਉਹਨਾਂ ਨੇ ਸਿੱਖ ਪੰਥ ਦੇ ਵਿਕਾਸ ਅਤੇ ਸੰਗਠਨ ਲਈ ਕਈ ਅਹਿਮ ਕਾਰਜ ਕੀਤੇ ਅਤੇ ਉਹਨਾਂ ਦੇ ਜੀਵਨ ਕਾਲ ਦੌਰਾਨ ਸਿੱਖ ਪੰਥ ਨੇ ਕਾਫੀ ਉੱਨਤੀ ਕੀਤੀ। ਰਾਮਦਾਸਪੁਰਾ ਦੀ ਸਥਾਪਨਾ ਔਰ ਗੁਰੂ ਰਾਮਦਾਸ ਜੀ ਨੇ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ। ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਆਪ ਇੱਥੇ ਆ ਗਏ ਸਨ ਔਰ ਉਹਨਾਂ ਨੇ 1577 ਈਸਵੀ ਵਿੱਚ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਸੀ ਔਰ ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆਂ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆ। ਇਹਨਾਂ ਵਪਾਰੀਆਂ ਨੇ ਜਿਹੜਾ ਬਾਜ਼ਾਰ ਵਸਾਇਆ ਉਹ ਗੁਰੂ ਕੇ ਬਾਜ਼ਾਰ ਨਾਲ ਪ੍ਰਸਿੱਧ ਹੋਇਆ ਅਤੇ ਛੇਤੀ ਹੀ ਇੱਕ ਪ੍ਰਸਿੱਧ ਵਪਾਰਕ ਕੇਂਦਰ ਬਣ ਗਿਆ। ਪਹਿਲਾਂ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਦਾ ਕੰਮ ਆਰੰਭਿਆ ਗਿਆ। ਇਸ ਕੰਮ ਦੀ ਦੇਖਭਾਲ ਲਈ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ। ਬਾਅਦ ਵਿੱਚ ਅੰਮ੍ਰਿਤ ਸਰੋਵਰ ਦੇ ਨਾਂ 'ਤੇ ਰਾਮਦਾਸਪੁਰਾ ਦਾ ਨਾਂ ਅੰਮ੍ਰਿਤਸਰ ਜਿਹੜਾ ਪੈ ਗਿਆ, ਕਿਉਂਕਿ ਅੰਮ੍ਰਿਤ ਸਰੋਵਰ ਜਿਹੜਾ ਵਾ ਦਰਬਾਰ ਸਾਹਿਬ ਜਿੱਥੇ ਹਰਿਮੰਦਰ ਸਾਹਿਬ ਜਿਸ ਨੂੰ ਕਹਿੰਦੇ ਆ, ਔਰ ਇਹ ਰਾਮਦਾਸਪੁਰ ਤੋਂ ਬਾਅਦ ਵਿੱਚ ਅੰਮ੍ਰਿਤਸਰ ਦੇ ਨਾਂ ਨਾਲ ਜਿਹੜਾ ਵਾ ਇਹਦਾ ਨਾਂ ਪੈ ਗਿਆ ਔਰ ਅੰਮ੍ਰਿਤਸਰ ਅੱਜ ਅਸੀਂ ਇਹਨੂੰ ਅੰਮ੍ਰਿਤਸਰ ਹੀ ਕਹਿੰਦੇ ਹਾਂ। ਔਰ ਅੰਮ੍ਰਿਤਸਰ ਦੀ ਸਥਾਪਨਾ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਬੜਾ ਇੰਪੋਰਟੈਂਟ ਸਥਾਨ ਰੱਖਦੀ ਹੈ ਔਰ ਇਸ ਨਾਲ ਸਿੱਖਾਂ ਦਾ ਇੱਕ ਵੱਖਰਾ ਤੀਰਥ ਸਥਾਨ ਬਣ ਗਿਆ ਔਰ ਧਰਮ ਪ੍ਰਚਾਰ ਦੇ ਲਈ ਬੜਾ ਪ੍ਰਸਿੱਧ ਕੇਂਦਰ ਬਣ ਗਿਆ ਏ। ਸੋ ਅੰਮ੍ਰਿਤਸਰ ਦੀ ਇੰਪੋਰਟੈਂਸ ਸੰਬੰਧੀ ਲਿਖਦੇ ਹਾਂ, ਕਹਿ ਸਕਦੇ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਵਾ ਸਿੱਖੀ ਦਾ ਕੇਂਦਰ ਹੈ ਇੱਕ, ਔਰ ਸਾਰੇ ਵਰਨਾਂ ਲਈ ਸਾਂਝਾ ਵਾ। ਜਿੱਥੇ ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਹੋਇਆ ਉੱਥੇ ਨਾਲ ਨਾਲ ਜਾਤ ਪਾਤ, ਊਚ ਨੀਚ, ਛੂਤਾ ਛਾਤ ਵਰਗੀਆਂ ਜਿਹੜੀਆਂ ਕੁਰੀਤੀਆਂ ਸੀ ਉਸ ਸਮੇਂ ਫੈਲੀਆਂ, ਉਹਨਾਂ ਨੂੰ ਸਮਾਪਤ ਕੀਤਾ ਅਤੇ ਲੰਗਰ ਅਤੇ ਪੰਗਤ ਦੀ ਜਿਹੜੀ ਸੰਸਥਾ ਉਸੇ ਤਰ੍ਹਾਂ ਕਾਇਮ ਰੱਖਿਆ ਗੁਰੂ ਰਾਮਦਾਸ ਜੀ ਨੇ। ਔਰ ਹਰਿਮੰਦਰ ਸਾਹਿਬ ਦੇ ਵਿੱਚ 4 ਦਰਵਾਜ਼ੇ ਰੱਖ ਕੇ 4 ਵਰਨਾਂ ਨੂੰ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਨੂੰ ਪ੍ਰੇਮ ਦਾ ਸੱਦਾ ਦਿੱਤਾ ਗੁਰੂ ਸਾਹਿਬਾਨ ਨੇ। ਔਰ ਇਹ ਸਿੱਖ ਧਰਮ ਲਈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਂ ਨਾਲ ਮਸ਼ਹੂਰ ਆ। ਸੋ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਵਾ ਇਹਨੂੰ ਸਿਫਤੀ ਦਾ ਘਰ ਵੀ ਕਿਹਾ ਜਾਂਦਾ ਵਾ। ਅੰਮ੍ਰਿਤ ਸਰੋਵਰ ਆ ਇੱਥੇ। ਸੋ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ 2 ਸਰੋਵਰਾਂ ਦੀ ਖੁਦਵਾਈ ਦਾ ਕੰਮ ਕਰਵਾਇਆ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਗੁਰੂ ਜੀ ਨੂੰ ਮਾਇਆ ਦੀ ਲੋੜ ਪਈ। ਸੋ ਇਸ ਲਈ ਗੁਰੂ ਜੀ ਨੇ ਆਪਣੇ ਜਿਹੜੇ ਪ੍ਰਤੀਨਿਧਾਂ ਨੂੰ ਵੱਖ-ਵੱਖ ਥਾਵਾਂ 'ਤੇ ਭੇਜਿਆ ਤਾਂ ਜੋ ਉਹ ਸਿੱਖ ਮਤ ਦਾ ਪ੍ਰਚਾਰ ਕਰ ਸਕਣ ਅਤੇ ਸੰਗਤਾਂ ਤੋਂ ਮਾਇਆ ਇਕੱਠੀ ਕਰ ਸਕਣ। ਔਰ ਇਹ ਸੰਸਥਾ ਮਸੰਦ ਪ੍ਰਥਾ ਦੇ ਨਾਂ ਨਾਲ ਪ੍ਰਸਿੱਧ ਹੋਈ ਔਰ ਇਸ ਪ੍ਰਥਾ ਕਾਰਨ ਸਿੱਖ ਮਤ ਦਾ ਪ੍ਰਚਾਰ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਵੀ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਉਹ ਸਿੱਖਾਂ ਤੋਂ ਲੋੜੀ ਦੀ ਮਾਇਆ ਵੀ ਇਕੱਠੀ ਕਰਨ ਵਿੱਚ ਸਫਲ ਹੋਈ। ਸੋ ਮਸੰਦ ਪ੍ਰਥਾ ਨੇ ਸਿੱਖ ਪੰਥ ਨੂੰ ਸੰਗਠਿਤ ਕਰਨ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਜਿਹੜੀ ਨਿਭਾਈ।
ਗੁਰੂ ਰਾਮਦਾਸ ਜੀ ਸਿੱਖ ਪੰਥ ਦੇ ਵਿਕਾਸ ਲਈ ਕੁਝ ਹੋਰ ਵੀ ਮਹੱਤਵਪੂਰਨ ਕਾਰਜ ਕੀਤੇ। ਉਹਨਾਂ ਨੇ ਗੁਰਬਾਣੀ ਦੀ ਰਚਨਾ ਕੀਤੀ ਔਰ ਇਸ ਪਰੰਪਰਾ ਨੂੰ ਜਾਰੀ ਰੱਖਿਆ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਔਰ ਫਿਰ ਗੁਰੂ ਅਮਰਦਾਸ ਜੀ। ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਵੀ ਬਾਣੀ ਦੀ ਰਚਨਾ ਕੀਤੀ। ਗੁਰੂ ਸਾਹਿਬ ਨੇ 679 ਸ਼ਬਦਾਂ ਦੀ ਰਚਨਾ ਕੀਤੀ ਹੈ। ਗੁਰੂ ਰਾਮਦਾਸ ਜੀ ਨੇ 679 ਸ਼ਬਦਾਂ ਦੀ ਰਚਨਾ ਕੀਤੀ ਆ। ਉਹਨਾਂ ਨੇ ਸਿੱਖਾਂ ਵਿੱਚ ਲਾਵਾਂ ਰਾਹੀਂ ਵਿਆਹ ਕਰਨ ਦੀ ਮਰਿਆਦਾ ਸ਼ੁਰੂ ਕਰ ਦਿੱਤੀ ਔਰ ਇਸ ਸੰਬੰਧੀ ਗੁਰੂ ਸਾਹਿਬ ਨੇ 4 ਲਾਵਾਂ ਦਾ ਚਾਰਨ ਕੀਤਾ। ਗੁਰੂ ਸਾਹਿਬ ਨੇ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਸੰਗਤ, ਪੰਗਤ ਅਤੇ ਮੰਜੀ ਨਾਂ ਦੀਆਂ ਜਿਹੜੀਆਂ ਸੰਸਥਾਵਾਂ ਨੂੰ ਜਾਰੀ ਰੱਖਿਆ। ਗੁਰੂ ਸਾਹਿਬ ਨੇ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਜਿਵੇਂ ਜਾਤੀ ਪ੍ਰਥਾ, ਸਤੀ ਪ੍ਰਥਾ, ਬਾਲ ਵਿਆਹ, ਵਿਧਵਾ ਵਿਆਹ ਦੀ ਮਨਾਹੀ ਆਦਿ ਦਾ ਵੀ ਜ਼ੋਰਦਾਰ ਜਿਹੜਾ ਸ਼ਬਦ ਵਿੱਚ ਖੰਡਨ ਕੀਤਾ ਔਰ ਗੁਰੂ ਸਾਹਿਬ ਨੇ ਕਿਹਾ ਕਿ ਸਾਰੇ ਜਿਹੜੇ ਮਨੁੱਖ ਆ ਉਹ ਇੱਕ ਪਰਮਾਤਮਾ ਦੇ ਹੀ ਬਣਾਏ ਹੋਏ ਇਨਸਾਨ ਆ ਔਰ ਜਿਹੜੀਆਂ ਜਾਤੀਆਂ ਵਾ ਅਸੀਂ ਆਪ ਬਣਾਈਆਂ ਵਾ। ਸਮਾਜ ਵਿੱਚ ਇਹ ਕੋਈ ਮਨੁੱਖ ਦੀ ਜਾਤੀ ਕੇਵਲ ਦੇ ਉਹ ਇੱਕੋ ਹੀ ਆ, ਮਨੁੱਖ ਦੀ ਜਾਤੀ। ਮਾਨਸ ਕੀ ਜਾਤ ਸਭੇ ਏਕ ਪਛਾਨਬੋ, ਕਿ ਸਾਰੀਆਂ ਜਾਤੀਆਂ ਜਿਹੜੀਆਂ ਵਾ ਉਹ ਮਨੁੱਖ ਦੀ ਇੱਕ ਹਿਊਮੈਨਿਟੀ ਆ, ਮਾਨਵ ਜਾਤ ਆ। ਸੋ ਗੁਰੂ ਰਾਮਦਾਸ ਜੀ ਨੇ ਸਿੱਖ ਮਤ ਦਾ ਪ੍ਰਚਾਰ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਆਪਣੇ ਪ੍ਰਚਾਰਕ ਵੀ ਭੇਜੇ ਔਰ ਇਹਨਾਂ ਪ੍ਰਚਾਰਕਾਂ ਵਿੱਚੋਂ ਭਾਈ ਗੁਰਦਾਸ ਜੀ ਅਤੇ ਹੁੰਦਾਲ ਦੇ ਨਾਂ ਸਭ ਤੋਂ ਜਿਹੜੇ ਵੱਧ ਪ੍ਰਸਿੱਧ ਨੇ। ਅਕਬਰ ਬਾਦਸ਼ਾਹ ਨਾਲ ਮਿੱਤਰਤਾ ਦੇ ਸੰਬੰਧ ਹੋ ਗਏ। ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖਾਂ ਦੇ ਮੁਗਲ ਬਾਦਸ਼ਾਹ ਅਕਬਰ ਨਾਲ ਮਿੱਤਰਤਾਪੂਰਨ ਜਿਹੜੇ ਸੰਬੰਧ ਰਹੇ। ਅਕਬਰ ਗੁਰੂ ਰਾਮਦਾਸ ਜੀ ਨੂੰ ਲਾਹੌਰ ਵਿਖੇ ਮਿਲਿਆ ਸੀ ਔਰ ਉਹ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਸਿੱਟੇ ਵਜੋਂ ਉਸ ਨੇ ਗੁਰੂ ਸਾਹਿਬ ਨੂੰ 500 ਬਿਘੇ ਜ਼ਮੀਨ ਦਾਨ ਵਿੱਚ ਦਿੱਤੀ। ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਕਹਿਣ 'ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ 1 ਸਾਲ ਦਾ ਲਗਾਨ ਜਿਹੜਾ ਉਹ ਵੀ ਮਾਫ਼ ਕਰ ਦਿੱਤਾ। ਇਸ ਕਾਰਨ ਗੁਰੂ ਸਾਹਿਬ ਦੀ ਪ੍ਰਸਿੱਧੀ ਜਿਹੜੀ ਆ ਚਾਰੇ ਪਾਸੇ ਫੈਲ ਗਈ। ਉੱਤਰਾਧਿਕਾਰੀ ਦੀ ਨਿਯੁਕਤੀ, ਨੋਮੀਨੇਸ਼ਨ ਆਫ ਦਾ ਸਕਸੈਸਰ। 1581 ਵਿੱਚ ਗੁਰੂ ਰਾਮਦਾਸ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਸ ਦਾ ਕਾਰਨ ਇਹ ਸੀ ਕਿ ਪ੍ਰਿਥੀਆ ਜੋ ਗੁਰੂ ਸਾਹਿਬ ਦਾ ਸਭ ਤੋਂ ਵੱਡਾ ਪੁੱਤਰ ਸੀ ਨੇ ਆਪਣੀਆਂ ਜਿਹੜੀਆਂ ਸਾਜ਼ਿਸ਼ਾਂ ਕਾਰਨ ਉਹਨਾਂ ਨੂੰ ਨਾਰਾਜ਼ ਕਰ ਲਿਆ ਸੀ ਔਰ ਮਹਾਂਦੇਵ ਜੋ ਗੁਰੂ ਸਾਹਿਬ ਦਾ ਦੂਸਰਾ ਪੁੱਤਰ ਸੀ ਉਹ ਸੰਸਾਰਕ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਲੈਂਦਾ ਅਤੇ ਜ਼ਿਆਦਾਤਰ ਉਹ ਉਪਰਾਮ ਹੀ ਰਹਿੰਦਾ ਸੀ। ਸੋ ਅਰਜਨ ਸਾਹਿਬ ਹਰ ਪੱਖ ਤੋਂ ਗੁਰਗੱਦੀ ਦੇ ਕਾਬਲ ਸਨ, ਯੋਗ ਸਨ। ਸੋ ਗੁਰੂ ਰਾਮਦਾਸ ਜੀ ਨੇ 1 ਸਤੰਬਰ 1581 ਨੂੰ ਜਿਹੜੇ ਜੋਤੀ ਜੋਤ ਸਮਾ ਗਏ। ਸੋ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਰਾਮਦਾਸ ਜੀ ਨੇ ਇੱਕ ਹੋਰ ਮਹੱਤਵਪੂਰਨ ਜਿਹੜਾ ਕੰਮ ਕੀਤਾ ਉਹ ਦਾਸੀਆਂ ਨਾਲ ਸਮਝੌਤਾ। ਕਿ ਗੁਰੂ ਰਾਮਦਾਸ ਜੀ ਗੁਰਿਆਈ ਕਾਲ ਦੀ ਇੱਕ ਹੋਰ ਜਿਹੜੀ ਘਟਨਾ ਵਾ ਕਿ ਦਾਸੀਆਂ ਦਾ ਸਿੱਖਾਂ ਨਾਲ ਜਿਹੜਾ ਸਮਝੌਤਾ ਸੀ। ਇੱਕ ਵਾਰੀ ਦਾਸੀ ਮੱਤ ਦੇ ਮੋਢੀ ਜਿਹੜੇ ਮੁਖੀ ਆ ਬਾਬਾ ਸ਼੍ਰੀ ਚੰਦ ਜੀ, ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ। ਗੁਰੂ ਰਾਮਦਾਸ ਜੀ ਨੂੰ ਵੇਖ ਕੇ ਉਹਨਾਂ ਨੇ ਇਹ ਪ੍ਰਸ਼ਨ ਕੀਤਾ,
ਸੁਣਾਓ ਦਾੜਾ ਕਿਉਂ ਇੰਨਾ ਲੰਬਾ ਵਧਾਇਆ ਹੈ, ਜਾਂ ਆਪ ਜੀ ਦਾ ਇੰਨਾ ਲੰਮਾ ਦਾੜਾ ਕਿਉਂ ਹੈ। ਔਰ ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਸਾਫ਼ ਕਰਨ ਲਈ। ਇਹ ਕਹਿ ਕੇ ਗੁਰੂ ਸਾਹਿਬ ਨੇ ਆਪਣੀ ਦਾੜੀ ਨਾਲ ਪ੍ਰਿਥੀ ਸ਼੍ਰੀ ਚੰਦ ਦੇ ਜਿਹੜੇ ਚਰਨ ਸਾਫ਼ ਕਰਨ ਦੇ ਲਈ ਅਗਾਂਹ ਵਧੇ। ਇਹ ਸ਼ਬਦ ਸੁਣ ਕੇ ਸ਼੍ਰੀ ਚੰਦ ਜੀ ਨੂੰ ਬੜੀ ਸ਼ਰਮ ਆਈ ਅਤੇ ਉਹ ਆਪਣਾ ਪੈਰ ਪਿੱਛੇ ਖਿੱਚ ਲਿਆ। ਸ਼੍ਰੀ ਚੰਦ ਗੁਰੂ ਸਾਹਿਬ ਦੀ ਨਿਮਰਤਾ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਬਾਅਦ ਵਿੱਚ ਸਿੱਖ ਮੱਤ ਦਾ ਵਿਰੋਧ ਕਰਨਾ ਹੀ ਬੰਦ ਕਰ ਦਿੱਤਾ ਉਹਨਾਂ ਨੇ। ਸੋ ਸਿੱਖਾਂ ਦਾ ਦਾਸੀਆਂ ਨਾਲ ਇਹ ਸਮਝੌਤਾ ਸਿੱਖ ਪੰਥ ਲਈ ਇੱਕ ਬੜਾ ਲਾਹੇਵੰਦ ਸਿੱਧ ਹੋਇਆ। ਇਸ ਨਾਲ ਇੱਕ ਤਾਂ ਸਿੱਖਾਂ ਦੇ ਦਾਸੀਆਂ ਵਿਚਕਾਰ ਜਿਹੜਾ ਚੱਲਿਆ ਆ ਰਿਹਾ ਆਪਸੀ ਤਣਾਓ ਸੀ ਉਹ ਵੀ ਦੂਰ ਹੋ ਗਿਆ। ਦੂਜਾ, ਦਾਸੀਆਂ ਨੇ ਵੀ ਸਿੱਖ ਮੱਤ ਦਾ ਪ੍ਰਚਾਰ ਕਰਨ ਦੇ ਵਿੱਚ ਗੁਰੂ ਸਾਹਿਬਾਨ ਦੀ ਸਹਾਇਤਾ ਕੀਤੀ। ਸ਼੍ਰੀ ਚੰਦ ਜੀ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਬੇਟੇ ਸਨ ਵੱਡੇ, ਅਤੇ ਪ੍ਰਿਥੀ ਚੰਦ ਜਿਹੜੇ ਸੀਗੇ ਉਹ ਛੋਟੇ ਸੀਗੇ, ਲਖਮੀ ਚੰਦ। ਸੋ ਕਹਿ ਸਕਦੇ ਹਾਂ ਕਿ ਸ਼੍ਰੀ ਚੰਦ ਜੀ ਜਿਹੜੇ ਸੀ ਉਹਨਾਂ ਨੇ ਦਾਸੀ ਮਤ ਚਲਾਇਆ ਸੀਗਾ। ਸੋ ਗੁਰੂ ਰਾਮਦਾਸ ਜੀ ਦੀਆਂ ਜਿਹੜੀਆਂ ਸਫਲਤਾਵਾਂ ਵਾ ਉਹਨਾਂ ਦੇ ਸੰਬੰਧ ਵਿੱਚ ਇੱਕ ਅਸੀਂ ਛੋਟੀ ਜਿਹੀ ਸੰਖੇਪ ਚਰਚਾ ਕਰਾਂਗੇ ਕਿ ਗੁਰੂ ਰਾਮਦਾਸ ਜੀ ਦੀ ਗੁਰਿਆਈ ਦਾ ਸਮਾਂ ਭਾਵੇਂ 7 ਸਾਲ ਦਾ ਹੀ ਸੀ, ਪਰ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਉਹ ਸਿੱਖ ਪੰਥ ਨੂੰ ਇੱਕ ਨਵਾਂ ਰੂਪ ਦੇਣ ਦੇ ਵਿੱਚ ਸਫਲ ਹੋਏ। ਗੁਰੂ ਜੀ ਦੁਆਰਾ ਰਾਮਦਾਸਪੁਰਾ, ਜਿਹਨੂੰ ਅਸੀਂ ਅੰਮ੍ਰਿਤਸਰ ਕਹਿੰਦੇ ਹਾਂ, ਅਤੇ ਮਸੰਦ ਪ੍ਰਥਾ ਦੇ ਨਾਲ ਔਰ ਦਾਸੀਆਂ ਨਾਲ ਸਮਝੌਤੇ ਕਰਕੇ ਔਰ ਆਪਣੀ ਬਾਣੀ ਦੀ ਰਚਨਾ ਕਰਕੇ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਕ੍ਰੀਤੀਆਂ ਦਾ ਖੰਡਨ ਕਰਕੇ ਸੰਗਤ ਅਤੇ ਪੰਗਤ ਅਤੇ ਮੰਜੀ ਨਾਂ ਦੀਆਂ ਸੰਸਥਾਵਾਂ ਨੂੰ ਜਾਰੀ ਰੱਖ ਕੇ ਅਤੇ ਅਕਬਰ ਬਾਦਸ਼ਾਹ ਨਾਲ ਜਿਹੜੇ ਆ ਦੋਸਤੀ ਪੂਰਨ ਸੰਬੰਧ ਰੱਖ ਕੇ ਸਿੱਖ ਧਰਮ ਦੇ ਵਿਕਾਸ ਅਤੇ ਸੰਗਠਨ ਵਿੱਚ ਇੱਕ ਅਹਿਮ ਯੋਗਦਾਨ ਦਿੱਤਾ। ਸੋ ਇਹਨਾਂ ਕਾਰਜਾਂ ਦੇ ਨਾਲ ਗੁਰੂ ਸਾਹਿਬ ਦੀ ਪ੍ਰਸਿੱਧੀ ਸੂਰਜ ਦੀਆਂ ਕਿਰਨਾਂ ਵਾਂਗ ਦੂਰ ਦੂਰ ਤੱਕ ਫੈਲਣ ਲੱਗੀ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਰਾਮਦਾਸ ਜੀ ਜਿਹੜੇ ਨੇ ਉਹਨਾਂ ਨੇ ਏਕ ਨਹੀਂ ਅਨੇਕ ਹੀ ਕਾਰਜ ਕੀਤੇ ਸਮਾਜ ਦੀ ਭਲਾਈ ਵਾਸਤੇ, ਸਮੁੱਚੀ ਮਨੁੱਖਤਾ ਵਾਸਤੇ, ਬਿਨਾਂ ਕਿਸੇ ਭੇਦਭਾਵ ਦੇ। ਉਹਨਾਂ ਨੇ ਜਿੱਥੇ ਧਰਮ ਦਾ ਪ੍ਰਚਾਰ ਕੀਤਾ, ਧਰਮ ਤੋਂ ਭਾਵ ਇਨਸਾਨੀਅਤ ਹੀ ਹੁੰਦਾ ਵਾ ਕਿ ਇਨਸਾਨੀਅਤ ਵਾਲੇ ਗੁਣ ਜਿਹੜੇ ਇੱਕ ਤੋਂ ਦੂਜੇ ਦੇ ਕੰਮ ਆਉਣਾ, ਆਪਸੀ ਪਿਆਰ ਮੁਹੱਬਤ ਨਾਲ ਰਹਿਣਾ, ਔਰ ਕਿਸੇ ਨਾਲ ਕੋਈ ਨਫ਼ਰਤ ਨਹੀਂ ਕਰਨੀ, ਔਰ ਸਾਰੇ ਜਿਹੜੇ ਇਕਮੁੱਠ ਹੋ ਕੇ ਸਮਾਜ ਵਿੱਚ ਜਿਹੜੇ ਆ ਬੁਰਾਈਆਂ ਦਾ ਖੰਡਨ ਕਰਨਾ ਅਤੇ ਆਦਰਸ਼ ਸਮਾਜ ਬਣਾਉਣਾ। ਸੋ ਗੁਰੂ ਸਾਹਿਬਾਨ ਨੇ ਇੰਨੇ ਕੰਮ ਕੀਤੇ ਕਿ ਜੀ ਉਹਨਾਂ ਨੂੰ ਕੋਟि ਕੋਟ ਪ੍ਰਣਾਮ, ਉਹਨਾਂ ਨੂੰ ਸਲਾਮ। ਹਰ ਵਕਤ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਵਾ, ਜਿਨ੍ਹਾਂ ਨੇ ਵਡਮੁੱਲੀ ਬਾਣੀ ਰਚਨਾ ਕਰਕੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੈ, ਦਰਜ ਹੈ। ਔਰ 4 ਲਾਵਾਂ ਜਿਹੜੀਆਂ ਵਾ ਉਹ ਵੀ ਸਿੱਖ ਦੇ ਪੰਥ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਦੀ ਸ਼ਾਦੀ ਕਰਦੇ ਲੜਕੀ ਲੜਕੇ ਦੀ, ਅਤੇ 4 ਲਾਵਾਂ ਦਾ ਜਿਹੜਾ ਵਾ ਪਾਠ ਕੀਤਾ ਜਾਂਦਾ ਵਾ। ਸੋ ਇਹ ਮਰਿਆਦਾ ਜਿਹੜੀ ਆ ਗੁਰੂ ਸਾਹਿਬਾਨ ਨੇ ਚਲਾਈ ਆ, ਜੋ ਅੱਜ ਤੱਕ ਮੌਜੂਦ ਆ, ਚੱਲਦੀ ਰਹਿ ਗਈ ਹਮੇਸ਼ਾ ਹੀ। ਔਰ ਗੁਰੂ ਸਾਹਿਬਾਨ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੂੰ ਜੁੱਗੋ ਜੁੱਗ ਜਿਹੜਾ ਯਾਦ ਕੀਤਾ ਜਾਵੇਗਾ। ਇਹੋ ਜਿਹੇ ਕਾਰਜ ਜਿਹੜੇ ਆ ਉਹ ਗੁਰੂ ਸਾਹਿਬ ਹੀ ਕਰ ਸਕਦੇ ਆ, ਕੋਈ ਆਮ ਮਨੁੱਖ ਨਹੀਂ ਕਰ ਸਕਦਾ। ਸੋ ਗੁਰੂ ਸਾਹਿਬ ਦੀ ਵਡਿਆਈ ਨੂੰ ਸ਼ਬਦਾਂ ਵਿੱਚ ਜਿਹੜਾ ਵਾ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਸਾਹਿਬਾਨ ਜਿਹੜੇ ਨੇ
ਉਹ ਸਮੁੰਦਰ ਦੇ ਨਿਆਈ ਨੇ, ਜਿਨ੍ਹਾਂ ਦੀ ਜਿੰਨੀ ਵਡਿਆਈ ਕੀਤੀ ਜਾਵੇ ਓਨੀ ਥੋੜ੍ਹੀ ਆ। ਬਸ ਸਾਨੂੰ ਉਹਨਾਂ ਦੀ ਜੀਵਨ ਤੋਂ ਸੇਧ ਲੈਣੀ ਚਾਹੀਦੀ ਆ, ਸਿੱਖਿਆ ਲੈਣੀ ਚਾਹੀਦੀ ਆ ਕਿ ਉਹਨਾਂ ਨੇ ਜਿਹੜੀ ਬਾਣੀ ਰਚੀ ਆ ਉਹਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਸਮਝੀਏ ਅਤੇ ਉਹਨਾਂ ਦੇ ਮੰਤਵ ਨੂੰ ਸਮਝ ਕੇ, ਉਹਨਾਂ ਦੇ ਉਪਦੇਸ਼ਾਂ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੰਵਾਰੀਏ ਅਤੇ ਹਰ ਵਕਤ ਉਹਨਾਂ ਦਾ ਜਿਹੜਾ ਸ਼ੁਕਰੀਆ ਕਰੀਏ। ਕਿਉਂਕਿ ਗੁਰੂ ਰਾਮਦਾਸ ਜੀ ਨੇ ਜਦੋਂ ਵੀ ਕੋਈ ਧਾਰਮਿਕ ਸਥਾਨ ਬਣਾਇਆ ਅਤੇ ਸਾਰਿਆਂ ਵਾਸਤੇ ਸਾਂਝਾ ਬਣਾਇਆ। ਉਹਨਾਂ ਨੇ ਕਦੀ ਵੀ ਕਿਸੇ ਮਨੁੱਖ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਕੋਈ ਕਿਸੇ ਨਾਲ ਕੋਈ ਈਰਖਾ ਭਾਵਨਾ ਨਹੀਂ ਰੱਖੀ, ਸਗੋਂ ਉਹਨਾਂ ਨੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਿਆ ਅਤੇ ਸਰਬੱਤ ਦੇ ਭਲੇ ਲਈ ਗੁਰੂ ਸਾਹਿਬਾਨ ਨੇ ਕਾਰਜ ਕੀਤੇ ਆ। ਸੋ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਵਰਗਾ ਜਿਹੜਾ ਵਾ ਕੋਈ ਹੋਰ ਨਹੀਂ ਹੋ ਸਕਦਾ। ਸੋ ਗੁਰੂ ਸਾਹਿਬਾਨ ਨੂੰ ਹਰਿਮੰਦਰ ਸਾਹਿਬ ਦੀ ਜਦੋਂ ਉਹਨਾਂ ਨੇ ਸਥਾਪਨਾ ਕੀਤੀ ਆ ਅੰਮ੍ਰਿਤਸਰ ਵਿਖੇ, ਅਤੇ 4 ਦਰਵਾਜ਼ੇ ਜਿਹੜੇ ਰੱਖੇ ਸੀਗੇ, ਔਰ ਇਹਨਾਂ 4 ਦਰਵਾਜ਼ੇ ਜਿਹੜਿਆਂ ਦਾ ਮੰਤਵ ਇਹੋ ਹੀ ਆ ਕਿ ਜਿਹੜਾ 4 ਵਰਨੋਂ ਕੋ ਉਪਦੇਸ਼ ਸਾਂਝਾ ਕੀਤਾ। ਕਿਉਂਕਿ ਉਸ ਸਮੇਂ ਜਿਹੜੇ ਈਸਾਈ ਧਰਮ, ਹਿੰਦੂ, ਸਿੱਖ ਅਤੇ ਮੁਸਲਮਾਨ ਸਾਰਿਆਂ ਲਈ ਖੁੱਲ੍ਹਾ ਸੱਦਾ ਦਿੱਤਾ ਸੀ ਕਿ ਕੋਈ ਵੀ ਆ ਕੇ ਇੱਥੇ ਪ੍ਰਸ਼ਾਦਾ ਛਕੇ, ਪੰਗਤ ਕਰੇ, ਸੰਗਤ ਕਰੇ, ਇਸ਼ਨਾਨ ਕਰੇ, ਕਿਸੇ ਨੂੰ ਕੋਈ ਮਨਾਹੀ ਨਹੀਂ। ਸੋ ਕਹਿਣ ਤੋਂ ਭਾਵ ਕਿ ਉਹ ਜਗਤ ਗੁਰੂ ਨੇ ਔਰ ਸਮੁੱਚੇ ਸਮਾਜ ਲਈ ਉਹਨਾਂ ਨੇ ਕਾਰਜ ਕੀਤੇ। ਪ੍ਰਮਾਤਮਾ ਉਹਨਾਂ ਜਿਹੜੇ ਆ ਉਹਨਾਂ ਦਾ ਨਾਮ ਜਪਾਇਆ। ਸੋ ਅਸੀਂ ਕਹਿ ਸਕਦੇ ਹਾਂ ਕਿ ਹਰ ਪੱਖ ਤੋਂ ਗੁਰੂ ਸਾਹਿਬਾਨ ਨੇ ਕਿਰਪਾ ਕੀਤੀ ਆ, ਮਿਹਰ ਕੀਤੀ ਆ। ਉਹਨਾਂ ਦੇ ਜੀਵਨ ਸੰਬੰਧੀ, ਉਹਨਾਂ ਦੇ ਕਾਰਜੀ ਸੰਬੰਧੀ ਜੇਕਰ ਦਾਸ ਕੋਲੋਂ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਜਾਂ ਭੁੱਲਾਂ ਹੋ ਗਈਆਂ ਹੋਣ ਤਾਂ ਦਾਸ ਖਿਮਾ ਦਾ ਜਾਚਕਿਆ ਆਪ ਜੀ ਸਾਧ ਸੰਗਤ ਪਾਸੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਹੱਥ ਜੋੜ ਕੇ ਜਿਹੜੀਆਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਦਾ ਵਾ। ਕਿਉਂਕਿ ਉਹਨਾਂ ਦੀ ਵਡਿਆਈ ਜਿਹੜੀ ਹੈ ਸ਼ਬਦਾਂ ਵਿੱਚ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਇੱਕ ਸੂਰਜ ਦੀ ਨਿਆਈ ਆ ਅਤੇ ਇਹ ਜਿਹੜੇ ਸ਼ਬਦ ਆ ਇੱਕ ਦੀਵਾ ਵਿਖਾਉਣ ਦੇ ਨਿਆਈ ਆ ਕਿ ਸੂਰਜ ਨੂੰ ਦੀਵਾ ਦਿਖਾਉਣਾ ਵਾ। ਅਤੇ ਇੰਨੇ ਕੁ ਸ਼ਬਦ ਜਿਹੜੇ ਆ ਉਹਨਾਂ ਦੀ ਵਡਿਆਈ ਲਈ ਬੜੇ ਥੋੜ੍ਹੇ ਪੈ ਜਾਂਦੇ ਆ। ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਜਿਹੜੇ ਵੀ ਗੁਣ ਜਿਹੜੇ ਸਾਨੂੰ ਉਹਨਾਂ ਨੇ ਦੱਸੇ ਨੇ, ਜੋ ਵੀ ਸਾਨੂੰ ਸਿੱਖਣ ਨੂੰ ਮਿਲਦਾ ਵਾ, ਅਸੀਂ ਆਪਣਾ ਜੀਵਨ ਸੰਵਾਰੀਏ। ਕਿਉਂਕਿ ਜਿੱਥੇ ਉਹ ਅਧਿਆਤਮਕ ਗੁਰੂ ਸੀਗੇ, ਸਾਡੇ ਸਪਿਰਿਚੁਅਲ ਗੁਰੂ ਸੀਗੇ, ਉੱਥੇ ਨਾਲ ਨਾਲ ਉਹ ਸੋਸ਼ਲ ਰਿਫੋਰਮਰ ਵੀ ਸੀ। ਸੋ ਉਹਨਾਂ ਦੀ ਸ਼ਖਸੀਅਤ ਨੂੰ ਅਸੀਂ ਇੱਕ ਪੱਖ ਤੋਂ ਨਹੀਂ, ਬਹੁਪੱਖੀ ਸ਼ਖਸੀਅਤ ਕਹਿ ਸਕਦੇ ਹਾਂ ਕਿ ਮਲਟੀਪਰਪਜ਼ ਸੀਗੇ। ਉਹ ਹਰ ਪੱਖ ਤੋਂ ਸੰਪੂਰਨ ਸੀ। ਜਿਵੇਂ ਕਹਿ ਸਕਦੇ ਹਾਂ ਕਿਸੇ ਨੂੰ ਕਿ ਕੋਈ 16 ਕਲਾ ਸੰਪੂਰਨ ਆ, ਅਤੇ ਉਹ ਗੁਰੂ ਅਮਰਦਾਸ ਜੀ ਹੀ ਸਨ ਕਿ ਉਹਨਾਂ ਦੇ ਵਿੱਚ ਸਾਰੀਆਂ ਨਿਪੁੰਨਤਾਵਾਂ ਸਨ। ਇੱਕ ਯੋਗ ਜਿਹੜੇ ਰਹਿਬਰ ਸੀਗੇ, ਜਿਨ੍ਹਾਂ ਨੇ ਸਮਾਜ ਨੂੰ ਇੱਕ ਆਦਰਸ਼ ਸਮਾਜ ਬਣਾਇਆ। ਅੱਜ ਵੀ ਉਹਨਾਂ ਦੀਆਂ ਸਿੱਖਿਆਵਾਂ ਓਨਾ ਹੀ ਮਹੱਤਵ ਰੱਖਦੀਆਂ ਜਿੰਨਾ ਉਹਨਾਂ ਦੇ ਜੀਵਨ ਕਾਲ ਵੇਲੇ ਰੱਖਦੀਆਂ ਸਨ। ਅੱਜ ਵੀ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਪੜ੍ਹਦੇ ਹਾਂ ਔਰ ਜਿਹੜੀਆਂ ਵਾ ਵਿਚਾਰਦੇ ਹਾਂ, ਸੁਣਦੇ ਹਾਂ। ਔਰ ਗੁਰੂ ਸਾਹਿਬਾਨ ਦਾ ਜਿਹੜਾ ਲੰਗਰ ਆ ਉਹ ਟੁੱਟ ਹਰਿਮੰਦਰ ਸਾਹਿਬ ਦੇ ਵਿੱਚ ਵਰਤਦਾ ਰਹਿੰਦਾ ਵਾ। ਔਰ ਇਹਦੇ ਨਾਲ ਹੀ ਮੈਂ ਖਿਮਾ ਦਾ ਜਾਚਕਿਆ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਉਹਨਾਂ ਦੇ ਜੀਵਨ ਸੰਬੰਧੀ ਜਾਂ ਕੋਈ ਹੋਰ ਬੋਲਦਿਆਂ ਜਿਹੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਸੋ ਆਪ ਸਾਧ ਸੰਗਤ ਜੀ ਅਤੇ ਗੁਰੂ ਸਾਹਿਬਾਨ ਮਾਫ ਕਰ ਦੇਣਾ। ਅਤੇ ਜਿਹੜੀਆਂ ਵੀ ਗੱਲਾਂ ਚੰਗੀਆਂ ਲੱਗੀਆਂ ਨੇ ਆਪ ਆਪਣੇ ਮਨ ਦੇ ਵਿੱਚ ਵਸਾਉਣੀਆਂ ਵਾ। ਔਰ ਅਸੀਂ ਚੰਗੇ ਨਾਗਰਿਕ ਬਣਨਾ ਵਾ, ਇੱਕ ਚੰਗੇ ਇਨਸਾਨ ਬਣਨਾ। ਉਹਨਾਂ ਦਾ ਮੰਤਵ ਇਹੋ ਹੀ ਕਿ ਸਮਾਜ ਇੱਕ ਆਦਰਸ਼ ਬਣੇ, ਚੰਗੇ ਇਨਸਾਨ ਬਣਨ, ਸਾਰੇ ਪਰਮਾਤਮਾ ਦੀ ਬੰਦਗੀ ਕਰਨ, ਇੱਕ ਦੂਜੇ ਦੇ ਕੰਮ ਆਉਣ ਔਰ ਕੋਈ ਵੀ ਦੁਖੀ ਨਾ ਹੋਵੇ ਕਿਸੇ ਦੇ ਕਾਰਨ ਕਰਕੇ। ਸਾਰੇ ਜਿਹੜੇ ਆ ਪਰਉਪਕਾਰੀ ਮਨੁੱਖ ਬਣਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।